दरिया के पत्तन ते बेड़ी आ खलोती सी तो ਉਹਦੇ ਵਿੱਚ ਬੰਦੇ ਵੀ ਨੇ ਉਹਦੇ ਕੋਈ ਜਿਹਦੇ ਕੋਲ ਇੱਕ ਅੱਧੀ ਬੱਕਰੀ ਹੈ ਕੋਈ ਕੁਕੜੀ ਵਾਲੇ ਨੇ ਉਹ ਵੀ ਨੇ ਵਿੱਚ ਬੈਠੇ ਤੇ ਉਹਨਾਂ ਮਕਸਦ ਕੀ ਹੈ ਦਰਿਆ ਦਾ ਜਿਹੜਾ ਪਰਲੇ ਪਾਸੇ ਪੂਰ ਉਹਨੂੰ ਆਂਦੇ ਨੇ ਕਿ ਬੇੜੀ ਦਾ ਪੂਰ ਪਰਲੇ ਪਾਸੇ ਲੰਘਣਾ ਜਿੰਨੇ ਵੀ ਬੰਦੇ ਉਹਦੇ 'ਚ ਹੈ ਨੇ ਉਹਨਾਂ ਨੇ ਦੂਜੇ ਸਿਰੇ ਤੇ ਜਾਣਾ ਅੱਗੇ ਉਹ ਜਿਵੇਂ ਬੱਸ ਆਉਂਦੀ ਨੇ ਇਹਦਾ ਬਿਲਕੁਲ ਉਹੀ ਨਕਸ਼ਾ ਹੁੰਦਾ ਕਿ ਜਿਸ ਤਰ੍ਹਾਂ ਬੱਸ ਨੇ ਜਾਣਾ ਹੋਵੇ ਨਾ ਤਾਂ ਉਸ ਆਪਣੇ ਅੱਡੇ ਤੇ ਖਲੋਤੀ ਹੁੰਦੀ ਹੈ ਸਵਾਰੀਆਂ ਆ ਕੇ ਬਹਿੰਦੀਆਂ ਜਾਂਦੀਆਂ ਭਰ ਜਾਂਦੀ ਉਹ ਪਰਲੇ ਪਾਸੇ ਟੁਰ ਪੈਂਦੀ ਹੈ ਇਸੇ ਤਰ੍ਹਾਂ ਉਹ ਬੇੜੀ ਵੀ ਬੰਦੇ ਆ ਕੇ ਬਹਿੰਦੇ ਗਏ ਉਹਦੇ 'ਚ 1 2 3 ਇੰਜ ਕਰਕੇ ਇਕੱਠੇ ਹੋ ਗਏ ਉਹ ਇੱਥੇ ਬਹਿ ਗਿਆ ਵਿੱਚ ਜਿਹਦੇ ਕੋਲ ਕੋਈ ਖੋਤੀ ਉਸ ਉਹ ਲੱਦ ਲਈ ਬੱਕਰੀ ਲੱਦ ਲਈ ਕੋਈ ਕੱਟਾ ਵੱਛਾ ਵੀ ਸੀ ਉਹ ਵੀ ਵਿੱਚ ਲੱਦੀ ਗਿਆ ਉਹ 2 ਪਿਓ ਪੁੱਤਰ ਆਏ ਯੰਗ ਜਿਹਾ ਬੱਚਾ ਤੇ ਬੁੱਢਾ ਬਾਬਾ ਉਹ ਜਿਹੜੇ ਵੇਖੇ ਤੇ ਉਹਨਾਂ ਵੇਖਿਆ ਕਿ ਘੋੜੀ ਵੀ ਖਲੋਤੀ ਹੈ ਵਿੱਚ ਬੇੜੀ ਦੇ ਤੇ ਇੱਕ ਮਦਾਰੀ ਸੀ ਉਹ ਬਾਂਦਰ ਲੈ ਕੇ ਨਾ ਉਹ ਬਾਂਦਰ ਸਮੇਤ ਉਹਨੇ ਵੀ ਪਰਲੇ ਪਾਸੇ ਜਾਣਾ ਸੀ ਉਹ ਜਿਹੜੇ ਬਹਿਣ ਲੱਗੇ ਨਾ ਤੇ ਉਹ ਮੁੰਡੇ ਨੂੰ ਆਪਣਾ ਬੁੱਢਾ ਆਂਦਾ ਬਾਬਾ ਉਸ ਆਖਿਆ ਪੁੱਤਰ ਅਸਾਂ ਅੱਜ ਨਹੀਂ ਜਾਣਾ ਆ ਜਾ ਵਾਪਸ ਚੱਲੀ ਉਸ ਆਖਿਆ ਅੱਬਾ ਉਧਰ ਸ਼ਾਦੀ ਹੈ ਪਰਲੇ ਪਾਸੇ ਤੇ ਅਸੀਂ ਉੱਥੇ ਮੇਲ ਜਾਣਾ ਦੀ ਰੋਟੀ ਤੇ ਜਾਣਾ ਉਸ ਆਖਿਆ ਜੀ ਰੋਟੀ ਖਾਵੇਂ ਭਾਵੇਂ ਨਾ ਖਾਈਏ ਇਸ ਬੇੜੀ 'ਚ ਮੈਂ ਨਹੀਂ ਬਹਿਣਾ ਨਾ ਤੈਨੂੰ ਬਹਿਣ ਦੇਣਾ ਉਸ ਆਖਿਆ ਹੋਇਆ ਕੀ ਉਸ ਆਖਿਆ ਇਹ ਬੇੜੀ ਡੁੱਬ ਜਾਣੀ ਇਹਨੇ ਕੋਈ ਨਹੀਂ ਪਾਰ ਜਾਣਾ ਬਾਬੇ ਖੈਰ ਉਹ ਬੱਚਾ ਸੀ ਉਸ ਨੂੰ ਬਾਂਹ ਤੋਂ ਫੜ ਕੇ ਤਰੀਕ ਤਰੂਕ ਕੇ ਉਹ ਘਰ ਲੈ ਗਿਆ ਔਰ ਪਿੰਡ ਆਪਣੇ ਵਾਪਸ ਟੁਰ ਕੇ ਹੁਣ ਉੱਥੇ ਸ਼ਾਮ ਨਹੀਂ ਹਾਲੀ ਪਈ ਲੋਕਾਂ ਸ਼ਾਮ ਦੀ ਰੋਟੀਆਂ ਨਹੀਂ ਖਾਧੀਆਂ ਤੇ ਉੱਥੇ ਰੌਲਾ ਪੈ ਗਿਆ ਵੀ ਉਹ ਬੇੜੀ ਡੁੱਬੀ ਪਈ ਹੈ ਤਾਂ ਕੋਈ ਮਤਲਬ ਮਰ ਗਏ ਕੋਈ ਰੁੜ ਗਏ ਕੋਈ ਕੁਝ ਹੋ ਗਿਆ ਉਹਨਾਂ ਨੂੰ ਪਤਾ ਲੱਗਿਆ ਜਦ ਤੱਕ ਭੱਜ ਕੇ ਗਿਆ ਵੀ ਉੱਥੇ ਪੱਤਣ ਤੇ ਜਿੱਥੇ ਬੇੜੀ ਡੁੱਬੀ ਸੀ ਤੇ ਉਹ ਤਮਾਸ਼ਾ ਵੇਖ ਕੇ ਰਾਤੀ ਉਹਨੂੰ ਪਿਓ ਨੂੰ ਆਂਦਾ ਹੈ ਤੇ ਜ਼ਾਹਿਰ ਅਫਸੋਸਨਾਕ ਵਾਕਿਆ ਸੀ ਦੁੱਖ ਤੇ ਉਹਨੂੰ ਵੀ ਹੋਇਆ ਉਸ ਆਖਿਆ ਅੱਬਾ ਬੜੀ ਭੈੜੀ ਗੱਲ ਹੋਈ ਹੈ ਜਿਹੜੀ ਬੇੜੀ ਵਾਲੀ ਤੇ ਇਹ ਮੈਨੂੰ ਦੱਸ ਤੈਨੂੰ ਕਿਵੇਂ ਪਤਾ ਵੀ ਬੇੜੀ ਡੁੱਬਣੀ ਉਸ ਆਖਿਆ ਪੁੱਤਰ ਇਸ ਬੇੜੀ ਦੇ ਵਿੱਚ ਮੈਂ ਵੇਖਿਆ ਸੀ ਬੱਕਰੀ ਸੀ ਤੇ ਬਾਂਦਰ ਸੀ ਇੱਕ ਬੰਦੇ ਨੇ ਫੜਿਆ ਤੇ ਦੂਜੇ ਕੋਲ ਬੱਕਰੀ ਸੀ ਤੀਜਾ ਘੋੜੀ ਲਿਆ ਕੇ ਤੇ ਉਹ ਵੀ ਵਿੱਚ ਹੀ ਉੱਥੇ ਖਲੋਤਾ ਸੀ ਬੰਦੇ ਹੋਰ ਵੀ ਸਨ ਬੈਠੇ ਮੈਨੂੰ ਪਤਾ ਸੀ ਕਿ ਇਸ ਬਾਂਦਰ ਨੇ ਬੱਕਰੀ ਨੂੰ ਤੰਗ ਕਰਨੋਂ ਨਹੀਂ ਖਲੋਣਾ ਤੇ ਜਿਹੜੇ ਬੱਕਰੀ ਤੇ ਆਪਸ ਵਿੱਚ ਲੜੇ ਤੇ ਇਹਦੀ ਵਜ੍ਹਾ ਤੂੰ ਘੋੜੀ ਨੇ ਤਰਿਆ ਜਾਣਾ ਤੇ ਜਿਹੜੇ ਵੇਲੇ ਘੋੜੀ ਤਰੱਠੀ ਤੇ ਉਹਦੇ ਪੈਰ ਤੇ ਸੁੰਮ ਨੇ ਉਹ 2 ਸੁੰਮ 4 ਮਾਰੇ ਤੇ ਬੰਦਿਆਂ ਡਰ ਕੇ ਸੱਜੇ ਖੱਬੇ ਹੋਣਾ ਜਿਹਦੇ ਭਾਰ ਇੱਕ ਪਾਸੇ ਹੋਇਆ ਤੇ ਬੇੜੀ ਡੁੱਬ ਜਾਣੀ ਇਸ ਵਾਸਤੇ ਇਹ ਜਿਹਦੇ 'ਚ ਇਹੋ ਜਿਹਾ ਇਕੱਠ ਹੈ ਨਾ ਉਸ ਬੇੜੀ 'ਚ ਮੈਂ ਨਹੀਂ ਬਹਿਣਾ ਹੁਣ ਭਾਈ ਉਹ ਗੱਲ ਇਹ ਵੇ ਗੱਲ ਹਾਸੇ ਵਾਲੀ ਸੀ ਪਰ ਗੱਲ ਬੜੀ ਤਕਲੀਫ ਦੀ ਹੈ ਇਸ ਵੇਲੇ ਜਿਹੜਾ ਸਾਡੇ ਕੋਲ ਉੱਥੇ ਨਕਸ਼ਾ ਬਣ ਗਿਆ ਨਾ ਬਈ ਮੌਲਵੀ ਜਿਹੜਾ ਉਹ ਹੁਣ ਇੱਥੇ ਮੋਢਿਆਂ 'ਤੇ ਹੱਥ ਲਾ ਕੇ ਉਸ ਆਖਿਆ ਮੇਰਾ ਜਿਹੜਾ ਨਾ ਵੱਡੇ ਵੱਡੇ ਰੈਂਕ ਉਹਨਾਂ ਤੋਂ ਜ਼ਿਆਦਾ ਮੈਂ ਖੁਦ ਮੁਹਤਰਮ ਹਾਂ ਕਾਬਲੇ ਇਹਤਰਾਮ ਹਾਂ ਪਹਿਲੀ ਤਾਂ ਗੱਲ ਹੈ ਜਿਹੜਾ ਆਪਣੇ ਆਪ ਨੂੰ ਆਪ ਕਾਬਲੇ ਇਹਤਰਾਮ ਕਰਾਰ ਦੇ ਉਹ ਕਿੱਡਾ ਮੁਹਤਰਮ ਹੁੰਦਾ ਇਹ ਤਾਂ ਉੱਥੋਂ ਹੀ ਪਤਾ ਲੱਗ ਗਿਆ ਲੇਕਿਨ ਉਸ ਜਿਨ੍ਹਾਂ ਨੂੰ ਉਸ ਇਸ਼ਾਰੇ ਕੀਤੇ ਨੇ ਸਿੱਧਾ ਸਿੱਧਾ ਜੇ ਮੌਲਵੀ ਫਜ਼ਲੁਰ ਰਹਿਮਾਨ ਜਿਹੜਾ ਉਹਦੀ ਇਸ ਗੱਲ 'ਚ ਕੋਈ ਸੱਚਾਈ ਹੈ ਜਾਂ ਇਹਦੇ 'ਚ ਕੋਈ ਵਜ਼ਨ ਹੈ ਕਿ ਉਹ ਬਿਆਨਦਾ ਕਿ ਮੈਂ ਪਾਕਿਸਤਾਨ ਦੇ ਫੌਜੀਆਂ ਨੂੰ ਮੁਖਾਤਬ ਕਰਕੇ ਕਹਿੰਦਾ ਮੈਂ ਤੁਹਾਡਾ ਉਹ ਹਾਲ ਕਰਵਾ ਦਿਆਂਗਾ ਆਪਣੇ ਧੜੇ ਜੱਥੇ ਸਮੇਤ ਕਿ ਜਿਹੜਾ ਅਫਗਾਨਿਸਤਾਨ 'ਚ ਮੈਂ ਅਮਰੀਕਾ ਦਾ ਕੀਤਾ ਸੀ ਜੇ ਇਹਦੀ ਇਹ ਗੱਲ ਸੱਚੀ ਤੇ ਫਿਰ ਪਾਕ ਫੌਜ ਉੱਥੇ ਕਰਦੀ ਕੀ ਪਈ ਫਿਰ ਪਾਕਿਸਤਾਨ ਆਰਮੀ ਦੀ ਐਗਜ਼ਿਸਟੈਂਸ ਦਾ ਹੀ ਕੀ ਜਵਾਜ਼ ਰਹਿ ਗਿਆ ਪਿੱਛੇ ਜੇ ਇਹ ਗੱਲ ਸੱਚੀ ਹੈ ਤੇ ਔਰ ਆਇੰਦਾ ਕਿਸੇ ਪਾਕਿਸਤਾਨ ਦੇ ਦੁਸ਼ਮਣ ਨੂੰ ਹੁਣ ਕੋਈ ਲੰਬੀ ਚੌੜੀ ਪਲੈਨਿੰਗ ਦੀ ਤਾਂ ਜ਼ਰੂਰਤ ਨਹੀਂ ਉਹ ਸਿੱਧੇ ਮੌਲਵੀ ਨਾਲ ਗੱਲ ਕਰਨ ਤੇ 10 ਦਿਨਾਂ 'ਚ ਬੇੜਾ ਗਰਕ ਕਰਕੇ ਬੈਠੇ ਹੋਣਗੇ ਇਹਨੇ ਜ਼ੁਬਾਨ ਕੰਟਰੋਲ ਇਹਦੇ ਕੋਲ ਕੋਈ ਨਹੀਂ ਹੋਈ ਔਰ ਇਹਨੇ ਆਪਣੀ ਅਸਲੀਅਤ ਦੱਸ ਦਿੱਤੀ ਜਿਹੜੇ ਵਨ ਸਵੰਨੇ ਆਉਂਦੇ ਨੇ ਨਾ ਸਾਨੂੰ ਆਉਂਦੇ ਨੇ ਜੀ ਪਾਕਿਸਤਾਨ ਨੂੰ ਬਦਨਾਮੀ ਦਾ ਬਾਇਸ ਅਹਿਮਦੀਆਂ ਨੇ ਇਹ ਕਰਦੇ ਪਿੱਛੇ ਜੇ ਉਹ ਬਰਤਾਨੀਆ ਵਾਲੀ ਰਿਪੋਰਟ ਛਪੀ ਸੀ ਤੇ ਉਹ ਪਿੱਛੂ ਪਏ ਐਸੀ ਬਕ ਸੁਣਨ ਨੂੰ ਮਿਲੀ ਇੱਥੇ ਅਸੈਂਬਲੀਆਂ ਬਿੱਲ ਪਈਆਂ ਪਾਸ ਕਰਦੀਆਂ ਉਹ ਕਿੱਥੇ ਡੁਰ ਗਈਆਂ ਨੇ ਉਹ ਅਸੈਂਬਲੀਆਂ ਕਿੰਨਿਆਂ ਨੂੰ ਹੁਣ ਜ਼ਰੂਰਤ ਹੁੰਦੀ ਹੈ ਕਿਹੜੀ ਪੰਜਾਬ ਅਸੈਂਬਲੀ ਹੈ ਜਿਹੜੀ ਉੱਥੇ ਕਿਹੜੀ ਸਰਹੱਦ ਅਸੈਂਬਲੀ ਹੈ ਜਿਹੜੀ ਇਹ ਹੁਣ ਆ ਕੇ ਕਿ ਮੌਲਵੀ ਫਜ਼ਲੁਰ ਰਹਿਮਾਨ ਦੀ ਇਸ ਗੱਲ ਨੇ ਸਾਡਾ ਪਾਕਿਸਤਾਨ ਦੀ ਸਾਲਮੀਅਤ ਦੇ ਉੱਤੇ ਹਮਲਾ ਕੀਤਾ ਕੌੜਾ ਕੌੜਾ ਥੂ ਥੂ ਤੇ ਮਿੱਠਾ ਮਿੱਠਾ ਆਪਾ ਪੀ ਕਰਦੇ ਹੋ ਨਾ ਤੁਸੀਂ ਜਿੰਨੀ ਅਹਿਮਦੀਆਂ ਨਾਲ ਜੋ ਕੁਝ ਕਰ ਬੈਠੇ ਹੋ ਅੱਜ ਤੱਕ ਇਹਨੂੰ ਆਂਦੇ ਨੇ ਹੌਸਲਾ ਇਹਨੂੰ ਆਂਦੇ ਨੇ ਜ਼ਰਫ ਅੱਜ ਤੱਕ ਐਸੀ ਗੈਰ ਜ਼ਿੰਮੇਦਾਰ ਗੱਲ ਲੀਡਰਸ਼ਿਪ ਤੇ ਛੱਡ ਦਿਓ ਆਮ ਅਹਿਮਦੀ ਦੇ ਮੂੰਹ 'ਚੋਂ ਵੀ ਕਦੀ ਨਹੀਂ ਤੁਸੀਂ ਸੁਣੀ ਉਹ ਪਤਾ ਨਹੀਂ ਉਹ ਜੱਥਾ ਕੀ ਹੈ ਜੇ ਕੌਣ ਵਾਲੇ ਉਂਝੇ ਦੇ ਖਾਣ ਵਾਲੇ ਔਰ ਉਹਨੂੰ ਸ਼ਰਮ ਨਹੀਂ ਆਈ ਉਹ ਆਖਿਆ ਜੀ ਮੈਂ ਪਾਕਿਸਤਾਨ ਨੂੰ ਅਫਗਾਨਿਸਤਾਨ ਬਣਾ ਦਿਆਂਗਾ ਤੇਰੇ ਦਾਅਵਾ ਕਰਨ ਦੀ ਲੋੜ ਕੋਈ ਨਹੀਂ ਸਾਨੂੰ ਪਹਿਲਾਂ ਹੀ ਪਤਾ ਕਿ ਤੁਸੀਂ ਪਾਕਿਸਤਾਨ ਨੂੰ ਅਫਗਾਨਿਸਤਾਨ ਹੀ ਬਣਾਉਣਾ ਇਹ ਤੁਹਾਨੂੰ ਦਾਅਵਾ ਕਰਨ ਦੀ ਜ਼ਰੂਰਤ ਕਿਹੜੀ ਸੀ
सानू अगे ही पता तुसीं इहो कुछ ही करना, लेकिन ये बांदर है जिन्हें बकरी नूं लाणों कोई नहीं खलोना। यानी इस्तारा देखो कि कमज़ोर तबकियां दे उत्ते जरूर अपने जुबान दराजी भी करनी है और जो ये को होया उन्हें करना। तो जिहड़ी ये नून लीग ते पीपल पार्टी ये घोड़ी है, जदों ये त्रठ गई इन्हें जिन्नियां हरकतां फिर करनियां ने, इन्हें सोच समझ के कुछ भी नहीं होना। तो जिहड़े वेले दा भार पब्लिक तो फिर एक चीज़ ही बोंतर गई है, एक सारा सिस्टम ही जो डैमेज हो गया। तो उस वे वो इधर जान या उधर जान, उस वे उन्हें जरूर एक पासों पानी अंदर जाएगा। इस वास्ते हाले पता नहीं वक्त बचया कि नहीं। सानू तो हुण गल करन लग्या भी जे कॉन्फिडेंस साथ नहीं देता। खास तौर पर मैं कोट नहीं करना चाहता सा, लेकिन बहुत आला दर्जे दे जेड़े खुदा रसीदगी का इस दुनिया जिहड़ा तसव्वुर साडे कोल इस वक्त जिंदा इंसानां 'च मुमकिन है। मैं तो उन्होंने मूँह भी ये गल सुन बैठा कि अगर हुण मुलायत दे अगे घुटने टेक के तो पाकिस्तानी हुकूमत जिहड़ी है वो इन्हें चज चाला कोई ना बदलिया तो फिर उन्हें आखे असीं तो इहो तकलीफां अगे भी भुगत गए हैं तो आइंदा भी भुगत जाएंगे, लेकिन इन्हां दी हलाकत फिर यकीनी है। तो जिहड़े वेले हलाकत होनी है तो वो फिर बहुत बुरा वक्त होना। यकीन करो कि सोहने मंजर, बेहतरीन बैकग्राउंड, अच्छा इंफ्रास्ट्रक्चर, ये सारा वेंदिया होया तबीयत उधर टुर जाती है कि जिवें आंदे ने कि ढग्गियां नूं सियाल दे विच सर्दियां च भी अगर गर्मियां दे फड़े जून जुलाई दे याद आ जाण तो वो सियाल च भी पट्ठे खाने छड्ड दिंदे ने। साडा तकरीबन यही हाल हुंदा है कि सानू जिस वेले जिधर हुण पाकिस्तान की सूरत पे जाती है सूरत हाल उहदा तसव्वुर करके यह पुरअमन मुआशरत दे विच भी रोटी खाने का दिल नहीं करता।